ਹਾਂਜੀ ਸੋਹਣਿਓ, ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਮਿਡਨਾਈਟ ਸੀਰੀਜ਼ ਦੇ ਪਹਿਲੇ ਐਪੀਸੋਡ ਵਿੱਚ। ਤੇ ਮੈਂ ਤੁਹਾਡੀ ਆਪਣੀ ਹਰਸ਼ ਲੈ ਕੇ ਆਈ ਹਾਂ ਜੀ ਇੱਕ ਨਵੀਂ ਕਹਾਣੀ, ਅ ਹੰਟਿੰਗ ਹਾਊਸ। ਚਲੋ ਜੀ ਫਿਰ ਕਰਦੇ ਹਾਂ ਸ਼ੁਰੂ, ਦੇਰੀ ਕਿਸ ਗੱਲ ਦੀ। ਗਰਮੀਆਂ ਦੇ ਦਿਨ ਸੀ ਤੇ ਰੂਪ ਨੇ ਆਪਣੇ ਹਸਬੈਂਡ ਦੀ ਮੌਤ ਤੋਂ ਬਾਅਦ ਨਵਾਂ ਘਰ ਖਰੀਦਿਆ ਸੀ, ਜਿਸ ਵਿੱਚ ਉਹ ਤੇ ਉਸ ਦੀਆਂ ਬੱਚੀਆਂ ਨਵੀਂ ਜ਼ਿੰਦਗੀ ਸ਼ੁਰੂ ਕਰਨ ਵਾਲੀਆਂ ਸੀ। ਬੱਚਿਆਂ ਨੂੰ ਉਹ ਘਰ ਕੁਝ ਜ਼ਿਆਦਾ ਪਸੰਦ ਨਹੀਂ ਸੀ, ਕਿਉਂਕਿ ਉਹ ਘਰ ਜੰਗਲ ਦੇ ਵਿੱਚ ਸੀ ਤੇ ਉਸਦੇ ਆਲੇ ਦੁਆਲੇ ਬਿਲਕੁਲ ਸੁਨਸਾਨ ਇਲਾਕਾ ਸੀ। ਪਹਿਲੀ ਰਾਤ ਜਦੋਂ ਰੂਪ ਘਰ ਦਾ ਸਮਾਨ ਸੈੱਟ ਕਰ ਰਹੀ ਸੀ, ਉਹਨੂੰ ਕਿਸੇ ਦੇ ਬੋਲਣ ਦੀ ਆਵਾਜ਼ ਆਈ, ਜਿਵੇਂ ਕੋਈ ਮੰਤਰ ਪੜ ਰਿਹਾ ਹੋਵੇ। ਤੇ ਇਹ ਆਵਾਜ਼ ਵੱਧਦੀ ਗਈ। ਉਹ ਮੰਤਰ ਵੀ ਕਿਸੇ ਹੋਰ ਭਾਸ਼ਾ ਵਿੱਚ ਪੜ ਰਿਹਾ ਸੀ। ਰੂਪ ਨੂੰ ਲੱਗਾ ਕਿ ਇਹ ਉਸਦਾ ਵਹਿਮ ਹੈ ਤੇ ਉਹ ਫੇਰ ਆਪਣਾ ਕੰਮ ਕਰਨ ਲੱਗ ਗਈ। ਅਗਲੀ ਸਵੇਰ ਰੂਪ ਨੇ ਬੇਸਮੈਂਟ ਨੂੰ ਕੁੜੀਆਂ ਦੇ ਲਈ ਪਲੇ ਰੂਮ ਵਿੱਚ ਬਦਲਣ ਦਾ ਫੈਸਲਾ ਕੀਤਾ। ਜਦੋਂ ਉਸਨੇ ਬੇਸਮੈਂਟ ਦੀ ਹਾਲਤ ਦੇਖੀ ਤਾਂ ਉਹ ਆਪ ਹੱਕੀ ਬੱਕੀ ਰਹਿ ਗਈ, ਕਿਉਂਕਿ ਬੇਸਮੈਂਟ ਬਹੁਤ ਗੰਦਾ ਸੀ ਤੇ ਉਹਨੇ ਮਦਦ ਵਾਸਤੇ ਆਪਣੀ ਇੱਕ ਦੋਸਤ ਦੀਪ ਨੂੰ ਬੁਲਾਇਆ। ਬੇਸਮੈਂਟ ਵਿੱਚ ਇੱਕ ਦੀਵਾਰ ਸੀ ਜੋ ਕਿ ਬਹੁਤ ਕੱਚੀ ਸੀ, ਤਾਂ ਦੋਨੋਂ ਜਾਣਿਆਂ ਨੇ ਉਸ ਨੂੰ ਗਿਰਾਉਣ ਦਾ ਸੋਚਿਆ। ਦੀਵਾਰ ਨੂੰ ਤੋੜਦੇ ਹੋਏ ਉਹਨਾਂ ਨੂੰ ਇੱਕ ਡਾਇਰੀ ਮਿਲੀ। ਉਹ ਡਾਇਰੀ ਇੰਕ ਪੈਨ ਨਾਲ ਲਿਖੀ ਹੋਈ ਸੀ ਤੇ ਉਹ ਡਾਇਰੀ 1827 ਦੀ ਸੀ, ਜਿਸ ਵਿੱਚ ਇੱਕ ਕੁੜੀ ਨੇ ਆਪਣੀ ਜ਼ਿੰਦਗੀ ਬਾਰੇ ਦੱਸਿਆ ਸੀ। ਉਸ ਡਾਇਰੀ ਵਿੱਚ ਕੁਝ ਅਜੀਬ ਜਿਹੇ ਚਿੱਤਰ ਬਣੇ ਹੋਏ ਸਨ। ਉਸ ਦੇ ਵਿੱਚ ਸ਼ੈਤਾਨੀ ਰੂਹਾਂ ਬਾਰੇ, ਤੰਤਰ ਮੰਤਰ ਤੇ ਜਾਦੂ ਟੋਣੇ ਬਾਰੇ ਵੀ ਦੱਸਿਆ ਹੋਇਆ ਸੀ। ਰੂਪ ਇਹ ਸਭ ਕੁਝ ਦੇਖ ਕੇ ਬਹੁਤ ਡਰ ਗਈ। ਉਸਨੇ ਉਸ ਡਾਇਰੀ ਨੂੰ ਜਲਾਉਣ ਦਾ ਫੈਸਲਾ ਕੀਤਾ। ਉਸ ਤੋਂ ਥੋੜੀ ਦੇਰ ਬਾਅਦ ਹੀ ਜਦੋਂ ਉਸਦੀ ਦੋਸਤ ਦੀਪ ਫਲੋਰ ਨੂੰ ਸਾਫ਼ ਕਰ ਰਹੀ ਸੀ ਤਾਂ ਉਹਨੂੰ ਇੱਕ ਵੱਡਾ ਜਿਹਾ ਸਾਈਨ ਦਿਖਿਆ। ਉਹ ਸਾਈਨ ਪੂਰੇ ਕਮਰੇ ਵਿੱਚ ਬਣਿਆ ਹੋਇਆ ਸੀ ਔਰ ਉਹ ਸਾਈਨ ਸੀ ਇੱਕ ਵੱਡਾ ਜਿਹਾ ਸਰਕਲ ਔਰ ਉਹਦੇ ਵਿੱਚ ਬਣਿਆ ਇੱਕ ਪੁੱਠਾ ਜਿਹਾ ਸਟਾਰ, ਜਿਸ ਦਾ ਮਤਲਬ ਸੀ ਕਿ ਇੱਥੇ ਕਿਸੇ ਨੇ ਸ਼ੈਤਾਨ ਦੀ ਪੂਜਾ ਕੀਤੀ ਹੋਈ ਹੈ। ਉਹ ਦੋਨੋਂ ਬਹੁਤ ਘਬਰਾ ਗਈਆਂ। ਉਹਨਾਂ ਨੇ ਫੈਸਲਾ ਕੀਤਾ ਕਿ ਇਸ ਗੱਲ ਦਾ ਕਿਸੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਤੇ ਉਹਨਾਂ ਨੇ ਉਸ ਦੇ ਉੱਪਰ ਪੇਂਟ ਕਰ ਦਿੱਤਾ, ਜਿਸ ਨਾਲ ਨਿਸ਼ਾਨ ਛੁਪ ਗਿਆ। ਰੂਪ ਦੀ ਛੋਟੀ ਡਾਟਰ ਨੂੰ ਉਸਦੇ ਪਾਪਾ ਹਮੇਸ਼ਾ ਨਜ਼ਰ ਆਉਂਦੇ ਸੀ ਤੇ ਸਭ ਨੂੰ ਲੱਗਦਾ ਸੀ ਇਹ ਉਸਦੀ ਇਮੈਜੀਨੇਸ਼ਨ ਹੈ। ਇੱਕ ਦਿਨ ਦੋਨੋਂ ਕੁੜੀਆਂ ਖੇਲਦੇ ਖੇਲਦੇ ਜੰਗਲ ਵਿੱਚ ਚੱਲ ਪਈਆਂ। ਉੱਥੇ ਉਹਨਾਂ ਨੇ ਦੇਖਿਆ ਕਿ ਹਰ ਇੱਕ ਟਰੀ ਉੱਪਰ ਇੱਕ ਸਾਈਨ ਬਣਿਆ ਹੋਇਆ ਸੀ, ਜੋ ਕਿ ਸੀ ਇੱਕ ਵੱਡਾ ਜਿਹਾ ਸਰਕਲ ਐਂਡ ਉਹਦੇ ਵਿੱਚ ਇੱਕ ਸਟਾਰ, ਜਿਵੇਂ ਕਿ ਕਿਸੇ ਨੇ ਨਾਈਫ ਨਾਲ ਉਹਨੂੰ ਖੁਦ ਖੁਰਚ ਕੇ ਬਣਾਇਆ ਹੋਵੇ। ਹਰ ਰੋਜ਼ ਕੁੜੀਆਂ ਨੂੰ ਫੁੱਟਸਟੈਪਸ ਦੀ ਆਵਾਜ਼ ਆਉਂਦੀ ਸੀ, ਜਿਵੇਂ ਕਿ ਉਹਨਾਂ ਦੇ ਡੋਰ ਦੇ ਬਾਹਰ ਕੋਈ ਜ਼ੋਰ ਦੀ ਚੱਲ ਰਿਹਾ ਹੋਵੇ। ਤੇ ਥੋੜੀ ਦੇਰ ਬਾਅਦ ਇਵੇਂ ਲੱਗਦਾ ਸੀ ਜਿਵੇਂ ਉਹਨਾਂ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਇਵੇਂ ਲੱਗਦਾ ਸੀ ਜਿਵੇਂ ਬੇਸਮੈਂਟ 'ਚੋਂ ਕੋਈ ਆਵਾਜ਼ ਦੇ ਰਿਹਾ ਹੋਵੇ। ਉਸ ਘਰ ਵਿੱਚ ਬਹੁਤ ਨੈਗੇਟਿਵ ਐਨਰਜੀ ਸੀ, ਜਿਵੇਂ ਕੋਈ ਸ਼ੈਤਾਨੀ ਰੂਹ ਹੋਵੇ। ਕਈ ਵਾਰ ਉਸ ਘਰ ਵਿੱਚ ਚੀਜ਼ਾਂ ਆਪਣੇ ਆਪ ਹਿੱਲਣ ਲੱਗ ਜਾਂਦੀਆਂ ਤੇ ਨੀਚੇ ਡਿੱਗ ਜਾਂਦੀਆਂ। ਕਈ ਵਾਰ ਤੇਜ਼ ਹਵਾ ਚੱਲਣ ਲੱਗ ਜਾਂਦੀ ਤੇ ਰੁਕ ਜਾਂਦੀ। ਇੱਕ ਦਿਨ ਰੂਪ ਦੀ ਛੋਟੀ ਡਾਟਰ ਨੇ ਇੱਕ ਸਾਇਆ ਦੇਖਿਆ, ਜੋ ਕਿ ਇੱਕ ਕਾਲੇ ਰੰਗ ਦਾ ਸਾਇਆ ਸੀ। ਉਸਨੂੰ ਇਹ ਪਤਾ ਸੀ ਕਿ ਇਹ ਕੋਈ ਆਦਮੀ ਦਾ ਸਾਇਆ ਨਹੀਂ ਹੈ। ਉਸ ਸਾਏ ਨੇ ਅੱਗੇ ਵਧਦੇ ਹੋਏ ਉਸਦੀ ਡਾਟਰ ਦੀ ਬਾਂਹ ਉੱਤੇ ਬਾਈਟ ਕੀਤਾ ਤੇ ਉਸਦੀ ਡਾਟਰ ਜ਼ੋਰ ਦੀ ਚਿল্ਲਾਈ। ਜਦੋਂ ਉੱਥੇ ਰੂਪ ਆਈ ਤਾਂ ਉਸਨੇ ਦੇਖਿਆ ਕਿ ਉਹ ਜੋ ਬਾਈਟ ਸੀ ਉਹ ਕੋਈ ਆਮ ਬਾਈਟ ਨਹੀਂ, ਕਿਸੇ ਜੰਗਲੀ ਜਾਨਵਰ ਦੀ ਬਾਈਟ ਵਰਗੀ ਸੀ। ਦੋਨੋਂ ਬੱਚੀਆਂ ਬਹੁਤ ਡਰ ਗਈਆਂ ਤੇ ਰੂਪ ਨੇ ਉਹਨਾਂ ਨੂੰ ਨਾਨੀ ਦੇ ਘਰ ਛੱਡਣ ਦਾ ਫੈਸਲਾ ਕੀਤਾ। ਰੂਪ ਨੇ ਉਸ ਘਰ ਵਿੱਚ ਆਪਣਾ ਸਾਰਾ ਪੈਸਾ ਲਾ ਦਿੱਤਾ ਸੀ, ਤਾਂ ਉਹ ਇਸ ਘਰ ਨੂੰ ਛੱਡ ਕੇ ਵੀ ਨਹੀਂ ਜਾ ਸਕਦੀ ਸੀ। ਤਾਂ ਉਸਨੇ ਫੈਸਲਾ ਕੀਤਾ ਕਿ ਉਹ ਇੱਕ ਪੈਰਾਨੋਰਮਲ ਐਕਸਪਰਟ ਨੂੰ ਬੁਲਾਏਗੀ। ਅਗਲੇ ਦਿਨ ਪੈਰਾਨੋਰਮਲ ਐਕਸਪਰਟ ਉਹਨਾਂ ਦੇ ਘਰ ਆ ਗਈ ਤਾਂ ਉਸਨੇ ਬੋਲਿਆ ਕਿ ਤੁਹਾਡੇ ਪਤੀ ਇਸ ਘਰ ਵਿੱਚ ਨੇ ਤੇ ਉਹ ਤੁਹਾਨੂੰ ਤੇ ਤੁਹਾਡੀ ਬੱਚੀਆਂ ਨੂੰ ਬਚਾ ਰਹੇ ਨੇ। ਇਹ ਬੋਲਣ ਦੇ ਨਾਲ ਹੀ ਉਹਨੇ ਕਿਹਾ ਕਿ ਇਸ ਘਰ ਦੇ ਬੇਸਮੈਂਟ ਵਿੱਚ ਕੁਝ ਹੈ, ਮੈਂ ਉੱਥੇ ਜਾਣਾ ਚਾਹੁੰਦੀ ਹਾਂ। ਉਹ ਬੇਸਮੈਂਟ ਵਿੱਚ ਗਈ। ਥੋੜੀ ਦੇਰ ਬਾਅਦ ਉਹ ਉੱਪਰ ਆਈ ਤੇ ਬਹੁਤ ਡਰੀ ਹੋਈ ਸੀ। ਜਦੋਂ ਰੂਪ ਨੇ ਪੁੱਛਿਆ ਕਿ ਉਹ ਇੰਨੀ ਡਰੀ ਹੋਈ ਕਿਉਂ ਹੈ ਤਾਂ ਉਸਨੇ ਜਵਾਬ ਦਿੱਤਾ, ਇਸ ਘਰ ਵਿੱਚ ਦੂਜੀ ਦੁਨੀਆ ਦਾ ਰਸਤਾ ਖੁੱਲ ਗਿਆ ਹੈ ਤੇ ਇਸ ਘਰ ਵਿੱਚ ਸ਼ੈਤਾਨ ਹਰ ਜਗ੍ਹਾ ਨੇ, ਪੂਰੇ ਘਰ ਵਿੱਚ, ਇਸ ਪੂਰੀ ਪ੍ਰਾਪਰਟੀ ਵਿੱਚ। ਇਸ ਦਰਵਾਜ਼ੇ ਨੂੰ ਬੰਦ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਹ
ਉਹਨੂੰ ਤੇ ਉਹਦੀ ਬੱਚਿਆਂ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਨੇ। ਰੂਪ ਬਹੁਤ ਡਰ ਗਈ ਕਿਉਂਕਿ ਉਸਦਾ ਸਾਹਮਣਾ ਸ਼ੈਤਾਨਾਂ ਨਾਲ ਸੀ ਹੁਣ, ਤੇ ਉਸਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਰੇ। ਪੈਰਾਨੋਰਮਲ ਐਕਸਪਰਟ ਨੇ ਕਿਹਾ ਕਿ ਉਹ ਉਹਨਾਂ ਦੀ ਮਦਦ ਕਰੇਗੀ ਤੇ ਉਹਨੇ ਮੰਤਰ ਪੜ੍ਹਨੇ ਸ਼ੁਰੂ ਕਰ ਦਿੱਤੇ। ਮੰਤਰ ਪੜ੍ਹਦੇ ਹੋਏ ਉਹਨੇ ਬੋਲਿਆ, ਮੈਂ ਤੁਹਾਨੂੰ ਆਦੇਸ਼ ਦੇਨੀ ਆ, ਇਹ ਘਰ ਛੱਡ ਕੇ ਚਲੇ ਜਾਓ। ਪੂਰਾ ਘਰ ਜ਼ੋਰ-ਜ਼ੋਰ ਦੀ ਹਿੱਲਣ ਲੱਗ ਗਿਆ ਅਤੇ ਉਹ ਸਾਈਨ ਚਮਕਣ ਲੱਗ ਗਿਆ। ਐਕਸਪਰਟ ਮੰਤਰ ਪੜ੍ਹਦੀ ਗਈ ਤੇ ਪੜ੍ਹਦੀ ਗਈ। ਜਿਵੇਂ ਜਿਵੇਂ ਉਹ ਮੰਤਰ ਪੜ੍ਹਦੀ ਗਈ, ਘਰ ਹੋਰ ਜ਼ੋਰ ਦੀ ਹਿਲਦਾ ਗਿਆ। ਥੋੜੀ ਦੇਰ ਬਾਅਦ ਸਭ ਠੀਕ ਹੋ ਗਿਆ। ਸਭ ਕੁਝ ਇੱਕਦਮ ਸ਼ਾਂਤ ਹੋ ਗਿਆ। ਹਨੇਰੇ ਤੋਂ ਇੱਕਦਮ ਚਾਨਣਾ ਹੋ ਗਿਆ ਤੇ ਐਕਸਪਰਟ ਨੇ ਬੋਲਿਆ ਕਿ ਦਰਵਾਜ਼ਾ ਬੰਦ ਹੋ ਚੁੱਕਾ ਹੈ ਤੇ ਸ਼ੈਤਾਨ ਵੀ ਚਲੇ ਗਏ ਨੇ। ਰੂਪ ਨੂੰ ਤਾਂ ਪਹਿਲੀ ਵਾਰ ਉਹ ਘਰ ਆਪਣਾ ਘਰ ਲੱਗਿਆ। ਰੂਪ ਦੀ ਬੱਚੀਆਂ ਵੱਡੀਆਂ ਹੋ ਗਈਆਂ ਤੇ ਉਹ ਬਹੁਤ ਖੁਸ਼ੀ-ਖੁਸ਼ੀ ਰਹਿਣ ਲੱਗ ਗਈਆਂ। ਇਹ ਸੀਗੀ ਜੀ ਸਾਡੀ ਅੱਜ ਦੀ ਕਹਾਣੀ। ਹੋਪਫੁਲੀ ਤੁਹਾਨੂੰ ਬਹੁਤ ਪਸੰਦ ਆਈ ਹੋਏਗੀ। ਮੈਂ ਲੈ ਕੇ ਆਵਾਂਗੀ ਅਗਲੇ ਹਫਤੇ ਨਵਾਂ ਐਪੀਸੋਡ। ਤਦ ਤੱਕ ਲਈ ਗੁੱਡ ਬਾਏ ਐਂਡ ਟੇਕ ਕੇਅਰ।